ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪ ਦੀ ਆਪਾਂ ਗੁਰੂ ਕਰੁਣਾ ਨਾਲ ਵਿਚਾਰ ਰਹੇ ਹਾਂ। 746 ਅੰਗ ਤੇ ਕਥਾ ਪਹੁੰਚੀ ਹੈ। ਰਾਗ ਸੂਹੀ ਹੈ ਔਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅੰਮ੍ਰਿਤ ਬਚਨ ਹਨ। ਸਰਵਣ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਗ ਸੋਹੇ ਮਹੱਲਾ ਪੰਜਵਾ। ਘਰ ਛੇਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਸੂਹੀ ਹੈ ਔਰ ਪੰਜਵੇਂ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਅੰਮ੍ਰਿਤ ਬਚਨ ਹਨ। ਘਰ ਛੇਵੇਂ ਵਿੱਚ ਇਹਨਾਂ ਪਾਵਨ ਸ਼ਬਦਾਂ ਨੂੰ ਗਾਇਨ ਕਰਨਾ ਹੈ। ਮੰਗਲਾਚਰਨ ਕਰਦੇ ਨੇ ਵਾਹਿਗੁਰੂ ਇੱਕ ਹੈ। ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ ਤਿਸ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਇਹ ਮੰਗਲਾਚਰਨ ਕਰਕੇ ਮਹਾਰਾਜ ਜੀ ਸ਼ਬਦ ਦੀ ਪ੍ਰਾਰੰਭਤਾ ਕਰਦੇ ਹਨ। ਸਤਿਗੁਰ ਪਾਸ ਬੇਨੰਤੀਆ ਮਿਲੈ ਨਾਮ ਆਧਾਰਾ। ਸਤਿਗੁਰੂ ਜੀ ਦੇ ਚਰਨਾਂ ਪਾਸ ਸਾਡੀ ਬੇਨਤੀ ਹੈ। ਗੁਰੂ ਚਰਨਾਂ ਵਿੱਚ ਬੇਨਤੀ ਹੈ। ਸਿੱਖ ਤਾਂ ਆਪਣੇ ਗੁਰੂ ਅੱਗੇ ਹਰ ਵੇਲੇ ਹੀ ਬੇਨਤੀਆਂ ਕਰਦਾ ਹੈ, ਕਿਉਂਕਿ ਸਿੱਖ ਨੂੰ ਕੇਵਲ ਆਪਣੇ ਗੁਰੂ ਦਾ ਹੀ ਆਸਰਾ, ਹੋਰ ਕੋਈ ਆਸਰਾ ਨਹੀਂ। ਹਰ ਵੇਲੇ ਸਿੱਖ ਦੇ ਹੱਥ ਆਪਣੇ ਗੁਰੂ ਅੱਗੇ ਜੁੜੇ ਰਹਿੰਦੇ ਆ। ਪਰ ਗੁਰੂ ਅੱਗੇ ਬੇਨਤੀਆਂ ਕਰ, ਮਿੰਨਤ ਕਰ ਜੋਦੜੀ। ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਬਾਰੰਬਾਰ ਅਰਜ਼ੋਈਆਂ ਕਰਨੀਆਂ, ਬਾਰੰਬਾਰ ਬੇਨਤੀਆਂ ਕਰਨੀਆਂ, ਬਾਰੰਬਾਰ ਅਰਦਾਸ ਕਰਨੀ, ਇਹ ਗੁਰਸਿੱਖ ਨੂੰ ਪਾਉਂਦਾ ਹੈ। ਤੋ ਸਤਿਗੁਰੂ ਜੀ ਦੇ ਪਾਸ ਬੇਨੰਤੀਆ ਬੇਨਤੀ ਹੈ ਕਿ ਮਹਾਰਾਜ ਸਾਨੂੰ ਤੁਹਾਡੇ ਨਾਮ ਦਾ ਆਧਾਰ ਪ੍ਰਾਪਤ ਹੋਵੇ। ਮਿਲੈ ਨਾਮ ਆਧਾਰਾ। ਸਾਨੂੰ ਆਪ ਜੀ ਦੇ ਅੰਮ੍ਰਿਤ ਨਾਮ ਦਾ ਆਧਾਰ ਪ੍ਰਾਪਤ ਹੋਵੇ, ਆਸਰਾ ਮਿਲੇ ਤੁਹਾਡੇ ਅੰਮ੍ਰਿਤ ਨਾਮ ਦਾ। ਇਹ ਬੇਨਤੀ ਸਤਿਗੁਰੂ ਜੀ ਤੁਹਾਡੇ ਚਰਨਾਂ ਪਾਸ ਹੈ। ਤੁਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ। ਜਦੋਂ ਸੱਚੇ ਪਾਤਸ਼ਾਹ ਜੀ ਤੁਠੇ, ਕਿਰਪਾ ਦੇ ਘਰ ਵਿੱਚ ਆਏ, ਰਹਿਮਤ ਦੇ ਘਰ ਵਿੱਚ ਆਏ, ਤਾਂ ਫਿਰ ਤਾਪ ਗਿਆ ਸੰਸਾਰਾ। ਸੰਸਾਰ ਦਾ ਜਿਹੜਾ ਜਨਮ ਤੇ ਮਰਨ ਦਾ ਤਾਪ ਸੀ, ਇਹ ਤਾਪ ਚਲਾ ਗਿਆ ਜਦੋਂ ਸੱਚੇ ਪਾਤਸ਼ਾਹ ਜੀ ਟੁੱਟ ਪਏ। ਪਰਸੋਂ ਸੰਧਿਆ ਦੀ ਕਥਾ ਆਪ ਜੀ ਸੁਣ ਰਹੇ ਸੀ, ਇਤਿਹਾਸ ਦੀ। ਸਤਿਕਾਰਯੋਗ ਮਾਈ ਭਾਗੋ ਜੀ ਜ਼ਖਮੀ ਹਾਲਤ ਵਿੱਚ ਸ੍ਰੀ ਮੁਕਤਸਰ ਸਾਹਿਬ ਜੰਗ ਦੇ ਮੈਦਾਨ 'ਚ ਪਏ ਹਨ। ਕਲਗੀਧਰ ਸੁਆਮੀ ਜੀ ਗਏ, ਜਾ ਕੇ ਦਇਆ ਦ੍ਰਿਸ਼ਟੀ ਕੀਤੀ। ਮਾਈ ਭਾਗੋ ਨੇ ਗੁਰੂ ਚਰਨਾਂ 'ਚ ਪ੍ਰਣਾਮ ਕੀਤੇ। ਸਤਿਗੁਰਾਂ ਆਖਿਆ, ਮੰਗੋ ਕੀ ਚਾਹੀਦਾ। ਮਾਈ ਭਾਗੋ ਨੇ ਬੇਨਤੀ ਕੀਤੀ, ਕੋਈ ਕਾਂਖਾ ਨਹੀਂ। ਤਾਂ ਗੁਰਦੇਵ ਨੇ ਬਚਨ ਕੀਤਾ, ਭਾਗੋ ਤੇਰਾ ਜਨਮ ਤੇ ਮਰਨ ਦੋਵੇਂ ਹੀ ਕੱਟੇ ਗਏ ਹਨ। ਤੈਨੂੰ ਅਸੀਂ ਜਨਮ ਤੇ ਮਰਨ ਤੋਂ ਮੁਕਤ ਕੀਤਾ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਠਦੇ ਹਨ, ਤੁਠਾ ਸੱਚਾ ਪਾਤਸ਼ਾਹ ਹੋ। ਤਾਪ ਗਿਆ ਸੰਸਾਰਾ। ਤਾਂ ਸੰਸਾਰ ਦਾ ਤਾਪ ਕੀ ਹੈ? ਜਨਮ ਮਰਨ।
ਇਹੀ ਸਭ ਤੋਂ ਵੱਡਾ, ਇਹੀ ਤਾਪ ਹੈ ਨਾ ਸਾਨੂੰ, ਜੰਮਣਾ ਤੇ ਮਰਨਾ, ਸੰਸਾਰ ਦਾ ਇਹੀ ਤਾਪ ਹੈ। ਇਹ ਤਾਪ ਚਲਾ ਗਿਆ, ਇਹ ਜਨਮ ਮਰਨ ਦੇ ਚੱਕਰਾਂ ਤੋਂ ਮੁਕਤ ਹੋ ਗਿਆ ਜਦੋਂ ਸਤਿਗੁਰੂ ਜੀ ਟੁੱਟ ਪਏ, ਕਿਰਪਾ ਦੇ ਘਰ ਵਿੱਚ ਆ ਗਏ। ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਸੱਚਾ ਸਿਰਜਨਹਾਰਾ। ਜਦੋਂ ਸਤਿਗੁਰੂ ਜੀ ਟੁੱਟਦੇ ਨੇ, ਜਨਮ ਮਰਨ ਦਾ ਤਾਪ ਨਿਵਾਰ ਦਿੰਦੇ ਹਨ। ਪਹਿਲੇ ਜਾਮੇ 'ਚ ਗੁਰੂ ਪਾਤਸ਼ਾਹ ਤੋਂ ਬੇਮੁਖ ਹੋਇਆ ਮੂਲਾ, ਭਟਕਦਾ ਰਿਹਾ, ਅਖੀਰ ਕਲਗੀਧਰ ਸਵਾਮੀ ਜੀ ਨੇ ਸਹੇ ਦੀ ਜੂਨ ਵਿੱਚ ਪਿਆ ਹੋਇਆ ਗੁਰਦੁਆਰਾ ਸ਼ਿਕਾਰ ਘਾਟ ਸਾਹਿਬ ਵਾਲੇ ਸਥਾਨ ਤੇ ਤੀਰ ਮਾਰਿਆ ਤੇ ਇਹਦਾ ਜਨਮ ਮਰਨ ਕੱਟ ਦਿੱਤਾ, ਮੁਕਤ ਕਰ ਦਿੱਤਾ। ਸਤਿਗੁਰੂ ਜੀ ਜਦੋਂ ਤੁਰਠਦੇ ਨੇ ਤਾਂ ਜਨਮ ਮਰਨ ਕੱਟ ਦਿੰਦੇ ਨੇ, ਨਿਵਾਰ ਦਿੰਦੇ ਨੇ। ਹੇ ਵਾਹਿਗੁਰੂ ਜੀ, ਤੁਸੀਂ ਆਪਣੇ ਭਗਤਾਂ ਦੀ ਟੇਕ ਹੋ, ਆਪਣੇ ਭਗਤਾਂ ਦਾ ਆਸਰਾ ਹੋ, ਆਪਣੇ ਸੰਤਾਂ ਦੀ ਓਟ ਹੋ। ਓਟ ਦਾ ਮਤਲਬ ਹੁੰਦਾ ਆਸਰਾ। ਜਿਵੇਂ ਬਹੁਤ ਤੇਜ਼ ਹਨੇਰੀ ਚੱਲਦੀ ਹੋਵੇ ਤੇ ਬੰਦਾ ਪਹਾੜ ਦੀ ਜੜ 'ਚ ਖਲੋ ਜਾਏ, ਉਹ ਪਹਾੜ ਓਟ ਹੈ, ਉਹਨੂੰ ਓਟ ਕਹਿੰਦੇ ਆ। ਮਹਾਰਾਜ ਤੁਸੀਂ ਸੰਤਾਂ ਦੀ ਓਟ ਹੋ, ਔਰ ਹੇ ਸਾਹਿਬ ਜੀ ਤੁਸੀਂ ਸੱਚੇ ਸਿਰਜਣਹਾਰ ਹੋ, ਸਾਰੇ ਜਗਤ ਦੇ ਮਾਲਕ ਹੋ, ਸੱਚੇ ਹੋ, ਔਰ ਸਾਰੇ ਜਗਤ ਨੂੰ ਸਿਰਜਣ ਵਾਲੇ ਸਿਰਜਣਹਾਰ ਹੋ। ਰਹਾਉ ਸੱਚ ਤੇਰੀ ਸਮਗਰੀ। ਮਹਾਰਾਜ ਜਿਤਨੇ ਵੀ ਸ਼ੁਭ ਗੁਣਾਂ ਦੀ ਸਮੱਗਰੀ ਹੈ ਤੁਹਾਡੇ ਕੋਲੇ ਸੱਚੀ ਹੈ। ਸਾਡੇ ਕੋਲ ਸਮੱਗਰੀਆਂ ਵੀ ਝੂਠੀਆਂ, ਅਸੀਂ ਆਪ ਵੀ ਝੂਠੇ। ਸਾਡੇ ਕੋਲ ਜਿਹੜੀ ਸਮੱਗਰੀ ਹੈ ਉਹ ਕਿਹੜਾ ਸਦਾ ਰਹਿੰਦੀ ਹੈ। ਮਹਾਰਾਜ ਤੁਸੀਂ ਵੀ ਸੱਚ, ਹੋਰ ਤੁਹਾਡੇ ਕੋਲ ਜਿਹੜੀ ਸਮੱਗਰੀ ਹੈ ਸ਼ੁਭ ਗੁਣਾਂ ਦੀ ਉਹ ਵੀ ਸੱਚੀ ਹੈ। ਸੱਚ ਤੇਰੀ ਸਮੱਗਰੀ, ਸਾਰੀ ਸਮੱਗਰੀ ਜੋ ਤੁਹਾਡੇ ਪਾਸ ਹੈ ਮਹਾਰਾਜ ਉਹ ਸੱਚ ਹੈ। ਸੱਚ ਤੇਰਾ ਦਰਬਾਰਾ, ਔਰ ਮਹਾਰਾਜ ਤੁਹਾਡਾ ਦਰਬਾਰ ਵੀ ਸੱਚਾ। ਦੁਨੀਆ ਦੇ ਬਾਦਸ਼ਾਹ ਝੂਠੇ, ਦੁਨੀਆ ਦੇ ਪਾਤਸ਼ਾਹ ਝੂਠੇ, ਦੁਨੀਆ ਦੇ ਰਾਜੇ ਝੂਠੇ ਤੇ ਉਹਨਾਂ ਦੇ ਲੱਗੇ ਦਰਬਾਰ ਵੀ ਝੂਠੇ। ਪਰ ਸਾਹਿਬ ਜੀ ਤੁਸੀਂ ਸੱਚੇ, ਤੁਹਾਡੀ ਸਮੱਗਰੀ ਸੱਚੀ, ਔਰ ਤੁਹਾਡਾ ਦਰਬਾਰ ਵੀ ਸੱਚਾ ਹੈ। ਸੱਚ ਤੇਰਾ ਦਰਬਾਰਾ, ਤੁਹਾਡਾ ਦਰਬਾਰ ਸੱਚ ਹੈ, ਸੱਚਾ। ਉੱਥੇ ਕੂੜੇ ਨਾ ਟਿਕਣ, ਉੱਥੇ ਝੂਠ ਨਹੀਂ ਟਿਕਦਾ, ਉੱਥੇ ਝੂਠੇ ਨਹੀਂ ਟਿਕਦੇ। ਮਹਾਰਾਜ ਤੁਹਾਡਾ ਦਰਬਾਰ ਵੀ ਸੱਚਾ ਹੈ, ਸੱਚਾ ਦਰਬਾਰ। ਆਮ ਕਰਕੇ ਕਹਿ ਦਿੰਦੇ ਆ ਸੰਸਾਰ ਦੇ ਬਹੁਤ ਸਾਰੇ ਝੂਠੇ ਦਰਬਾਰਾਂ ਨੂੰ ਜੀ ਇਹ ਸੱਚਾ ਦਰਬਾਰ ਹੈ, ਪਰ ਸੱਚਾ ਦਰਬਾਰ ਹੈ ਅਕਾਲ ਪੁਰਖ ਜੀ ਤੁਹਾਡਾ ਹੈ। ਇਹ ਨਿਰੰਕਾਰ ਜੀ ਤੁਹਾਡਾ ਦਰਬਾਰ ਸੱਚਾ ਹੈ। ਹਾਂਜੀ, ਸੱਚ ਤੇਰੇ ਖਾਜ਼ੀਨਿਆ, ਸੱਚ ਤੇਰਾ ਪਸਾਰਾ। ਇਹ ਤੇਰਾ ਜਿਹੜਾ ਖਜ਼ਾਨਾ ਹੈ ਸ਼ੁਭ ਗੁਣਾਂ ਦਾ ਇਹ ਵੀ ਸੱਚਾ ਹੈ। ਤੁਹਾਡਾ ਮਹਾਰਾਜ ਜਿਹੜਾ ਖਜ਼ਾਨਾ ਹੈ ਵੀ ਸੱਚਾ। ਦੁਨੀਆ ਦੇ ਲੋਕਾਂ ਦੇ ਖਜ਼ਾਨੇ ਵੀ ਝੂਠੇ ਹੁੰਦੇ ਆ, ਤੁਹਾਡਾ ਇਹ ਜਿਹੜਾ ਖਜ਼ਾਨਾ ਹੈ ਇਹ ਵੀ ਸੱਚਾ ਹੈ, ਤੇ ਤੁਹਾਡਾ ਇਹ ਪਸਾਰਿਆ ਹੋਇਆ ਪ੍ਰਪੰਚ ਦਾ ਪਸਾਰਾ ਵੀ ਸੱਚਾ ਹੈ। ਆਖੋ ਸਤਿਨਾਮ ਸ੍ਰੀ। ਆਪ ਸੱਚ ਕੀਆ ਸਭ ਸੱਚ, ਆਪ ਸੱਚ ਕੀਆ ਸਭ ਸੱਚ। ਆਪ ਸੱਚ ਨੇ, ਸਾਰਾ ਕੁਝ ਸੱਚ ਹੀ ਕੀਤਾ। ਇੱਕ ਦ੍ਰਿਸ਼ਟੀ ਐਸੀ ਹੈ ਜਿਹਨੂੰ ਮਹਾਰਾਜ ਜੀ ਕਹਿੰਦੇ ਕੂੜ ਰਾਜਾ ਕੂੜ ਪਰਜਾ ਸਭ ਝੂਠ ਹੈ। ਇੱਕ ਦ੍ਰਿਸ਼ਟੀ ਇਹ ਵੀ ਹੈ ਮਹਾਰਾਜ ਸੱਚੇ ਸੁਆਮੀ ਜੀ ਤੁਸੀਂ ਸੱਚ, ਹੋਰ ਤੁਹਾਡਾ ਇਹ ਪਸਾਰਾ ਵੀ ਸੱਚ ਹੈ।
ਇਹ ਸੰਸਾਰ ਝੂਠਾ ਨਹੀਂ ਨਾ ਪ੍ਰਤੀਤ ਹੁੰਦਾ। ਕਿਉਂ ਪ੍ਰਤੀਤ ਨਹੀਂ ਹੁੰਦਾ ਝੂਠਾ? ਕਿਉਂਕਿ ਸੱਚੇ ਨੇ ਬਣਾਇਆ ਹੈ, ਔਰ ਉਹ ਸੱਚਾ ਇਹਦੇ ਵਿੱਚ ਵਸਦਾ ਹੈ, ਤਾਂ ਝੂਠਾ ਪ੍ਰਤੀਤ ਨਹੀਂ ਹੁੰਦਾ। ਉਹ ਇਹਦੇ ਵਿੱਚ ਵੀ ਵਸਦਾ, ਇਸ ਕਰਕੇ ਉਹਦਾ ਇਹ ਪਸਾਰਿਆ ਹੋਇਆ ਪਸਾਰਾ ਵੀ ਸੱਚਾ ਹੈ, ਆਪ ਵੀ ਸੱਚ ਹੈ। ਇਹ ਬੜੀ ਅਚਰਜ ਖੇਡ ਹੈ ਪਰਮੇਸ਼ਰ ਦੀ। ਸੱਚੇ ਨੇ ਸੱਚ ਪਸਾਰਿਆ, ਸੱਚੇ ਨੇ ਸੱਚ ਬਣਾਇਆ, ਤਦੇ ਤੇ ਨਾਸ਼ਵਾਨ ਪ੍ਰਤੀਤ ਨਹੀਂ ਹੁੰਦਾ, ਸਾਨੂੰ ਝੂਠਾ ਪ੍ਰਤੀਤ ਨਹੀਂ ਹੁੰਦਾ। ਹਾਂਜੀ। ਤੇਰਾ ਰੂਪ ਅਗੰਮ ਹੈ, ਅਨੂਪ ਤੇਰਾ ਦਰ ਸਾਰਾ। ਹੇ ਵਾਹਿਗੁਰੂ, ਤੇਰਾ ਰੂਪ ਅਗੰਮ ਹੈ। ਅਗੰਮ ਦਾ ਮਤਲਬ ਵੀ ਜਿਹਦੇ ਤੱਕ ਕੋਈ ਪਹੁੰਚ ਨਹੀਂ ਸਕਦਾ। ਅਗੰਮ ਦਾ ਮਤਲਬ ਇਹਦਾ, ਇਹ ਅਰਥ ਕਰਾਂਗੇ। ਅਗੰਮ ਜੋ ਅਪਹੁੰਚ ਹੈ, ਜਿਹਦੇ ਤੱਕ ਕੋਈ ਪਹੁੰਚ ਨਾ ਸਕੇ। ਹੇ ਵਾਹਿਗੁਰੂ, ਤੇਰੇ ਜਿਹੜੇ ਦਰਸ਼ਨ ਨੇ ਉਹ ਅਨੂਪ ਹਨ। ਅਨੂਪ ਤੇਰਾ ਦਰ ਸਾਰਾ। ਜਦੋਂ ਤੁਹਾਡੇ ਦਰਸ਼ਨ ਕਰਦੇ ਆ ਤਾਂ ਸਾਨੂੰ ਕੋਈ ਦੂਜਾ ਨਹੀਂ ਸੁਝਦਾ ਜਿਹਨੂੰ ਵੇਖ ਕੇ ਕਹੀਏ ਰੱਬ ਇਹੋ ਜਿਹਾ, ਪਰਮੇਸ਼ਰ ਇਹੋ ਜਿਹਾ। ਕੋਈ ਤੁਹਾਡੇ ਵਰਗਾ ਦੂਜਾ ਨਹੀਂ ਹੈ। ਇਸ ਕਰਕੇ ਕਹਿੰਦੇ ਉਪਮਾ ਰਹਿਤ, ਜਿਸ ਦੀ ਉਪਮਾ ਕਹੀ ਨਾ ਜਾ ਸਕੇ ਉਹਨੂੰ ਕਹਿੰਦੇ ਨੇ ਅਨੂਪ। ਉਪਮਾ ਤੋਂ ਰਹਿਤ, ਉਪਮਾ ਤੋਂ ਪਰੇ। ਤੇਰੇ ਦਰਸ਼ਨ ਵੀ ਅਨੂਪ ਹਨ। ਕੀ ਉਪਮਾ ਦੇ ਕੇ ਕਹੀਏ ਕੈਸਾ ਹੈ, ਕਿਹੋ ਜਿਹਾ ਦਿਸਦਾ ਹੈ? ਜਿਹੋ ਜਿਹਾ ਤੂੰ ਹੈ, ਤੇਰੇ ਵਰਗਾ ਕੋਈ ਦੂਜਾ ਨਹੀਂ ਹੈ। ਤੇਰੀ ਉਪਮਾ ਤੋਂ ਹੈ ਬਨ ਆਵੈ, ਤੇਰੀ ਉਪਮਾ ਤੋਂ ਹੈ ਬਨ ਆਵੈ। ਉਪਮਾ ਤੋਂ ਹੈ ਬਨ ਆਵੈ, ਤੇਰੀ ਉਪਮਾ ਤੋਂ ਹੈ ਬਨ ਆਵੈ। ਤੇਰੀ ਉਪਮਾ ਤੋਂ ਹੈ ਬਨ ਆਵੈ, ਤੇਰੀ ਉਪਮਾ ਤੋਂ ਹੈ ਬਨ ਆਵੈ। ਉਪਮਾ ਤੋਂ ਹੈ ਬਨ ਆਵੈ, ਤੇਰੀ ਉਪਮਾ ਤੋਂ ਹੈ ਬਨ ਆਵੈ। ਭਲੇ ਅਮਰਦਾਸ ਗੁਣ ਤੇਰੇ, ਭਲੇ ਅਮਰਦਾਸ ਗੁਣ ਤੇਰੇ। ਭਲੇ ਅਮਰਦਾਸ ਗੁਣ ਤੇਰੇ, ਭਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਂ ਹੈ ਬਨ ਆਵੈ, ਤੇਰੀ ਉਪਮਾ ਤੋਂ ਹੈ ਬਨ ਆਵੈ। ਤੇਰੀ ਉਪਮਾ ਤੋਂ ਹੈ ਬਨ ਆਵੈ, ਤੇਰੀ ਉਪਮਾ ਤੋਂ ਹੈ ਬਨ ਆਵੈ। ਮਹਾਰਾਜ, ਤੁਹਾਡੇ ਵਰਗਾ ਕੋਈ ਦੂਜਾ ਨਹੀਂ ਦਿਸਦਾ ਜਿਹਦੇ ਬਾਰੇ ਵੇਖ ਕੇ ਕਹੀਏ ਇਹੋ ਜਿਹਾ ਹੈ। ਅਨੂਪ ਤੇਰਾ ਦਰ ਸਾਰਾ। ਅਨਊਪ, ਦਲੈਂਕੜਾਂ ਲੱਗੀਆਂ ਨੇ, ਊੜੇ ਦੀ ਆਵਾਜ਼। ਅਨਊਪ, ਅਨੁਪਮਾ ਯਾਨੀ ਕਿ ਜਿਸ ਬਾਰੇ ਕੋਈ ਉਪਮਾ ਨਹੀਂ ਹੈ। ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ, ਉਪਮਾ ਜਾਤ ਨਾ ਕਹੀ। ਉਪਮਾ ਹੈ ਹੀ ਨਹੀਂ। ਇਸ ਕਰਕੇ ਵਾਹਿਗੁਰੂ ਜੀ ਤੁਹਾਡੇ ਦਰਸ਼ਨ ਅਨੂਪ ਹਨ। ਕੁਰਬਾਨੀ ਤੇਰਿਆਂ ਸੇਵਕਾਂ, ਜਿਨ ਹਰ ਨਾਮ ਪਿਆਰਾ। ਮਹਾਰਾਜ ਜੀ, ਜਿਹੜੇ ਤੁਹਾਡੇ ਸੇਵਕ ਨੇ, ਜਿਨ੍ਹਾਂ ਨੂੰ ਹਰੀ ਜੀ ਤੁਹਾਡਾ ਨਾਮ ਪਿਆਰਾ ਹੈ, ਜਿਨ੍ਹਾਂ ਨੂੰ ਹਰੀ ਦਾ ਨਾਮ ਪਿਆਰਾ ਲੱਗਦਾ ਹੈ, ਜਿਹੜੇ ਹਰੀ ਦੇ ਨਾਮ ਨੂੰ ਆਪਣੀ ਜਿੰਦ ਤੇ ਜਾਨ ਜਾਣ ਕੇ, ਪ੍ਰਾਣਾ ਤੋਂ ਪਿਆਰਾ ਜਾਣ ਕੇ ਅਰਾਧ ਦੇ ਧਿਆਉਂਦੇ ਨੇ। ਮਹਾਰਾਜ, ਇਹੋ ਜਿਹੇ ਜਿਹੜੇ ਤੁਹਾਡੇ ਜਨ ਨੇ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ। ਹੋ ਕੁਰਬਾਨੀ ਤੇਰਿਆਂ ਸੇਵਕਾਂ, ਜਿਨ ਹਰ ਨਾਮ ਪਿਆਰਾ। ਮੈਂ ਕੁਰਬਾਨ ਜਾਂਦਾ ਹਾਂ ਤੁਹਾਡੇ ਸੇਵਕਾਂ ਤੋਂ ਮਹਾਰਾਜ। ਕਿਹੜੇ ਸੇਵਕਾਂ ਤੋਂ? ਜਿਹੜੇ ਕੱਲੇ ਨਾਂ ਦੇ ਹੀ ਸੇਵਕ ਨੇ,
ਜਿਹੜੇ ਮੁਖ ਤੋਂ ਹੀ ਕਹਿੰਦੇ ਆ ਜੀ ਅਸੀਂ ਤਾਂ ਸੇਵਾਦਾਰ ਹਾਂ ਜੀ, ਅਸੀਂ ਤਾਂ ਸੇਵਕ ਹਾਂ ਜੀ, ਜਨਤਾ ਦੇ ਕਹਿੰਦੇ ਆ ਨਾ ਬੜੇ। ਕਦੇ ਵੇਖਿਆ ਇਹੋ ਜਿਹੇ ਜਨਤਾ ਦੇ ਸੇਵਕ ਦਿਸਦੇ ਆ ਕਿਤੇ ਸਾਡੇ ਸਮਾਜ ਵਿੱਚ ਜਿਹੜੇ ਆਖਣ ਕਿ ਅਸੀਂ ਜਨਤਾ ਦੇ ਸੇਵਕ ਹਾਂ? ਉਹ ਜਨਤਾ ਦੇ ਸੇਵਕ ਜਨਤਾ ਦੇ ਭਖਸ਼ਕ ਹਨ, ਸੇਵਕ ਨਹੀਂ, ਨਾਂ ਦੇ ਸੇਵਕ ਹਨ। ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਦੇ ਜਿਹੜੇ ਸੇਵਕ ਹਨ ਉਹ ਅਸਲ 'ਚ ਸੇਵਕ ਹਨ। ਉਹ ਰੱਬ ਦੀ ਬਣਾਈ ਹੋਈ ਇਸ ਜੀਵਾਂ ਦੇ ਵੀ ਸੇਵਕ ਰਹਿੰਦੇ। ਉਹ ਕਹਿੰਦੇ ਰੱਬ ਦੇ ਬਣਾਏ ਜੀ ਹਨ ਭਾਈ, ਇਹਨਾਂ ਦੀ ਵੀ ਸੇਵਾ ਕਰਨੀ। ਜਿਹੜੇ ਨਿਰੰਕਾਰ ਦੇ ਸੇਵਕ ਨਹੀਂ ਉਹ ਜਨਤਾ ਦੇ ਵੀ ਸੇਵਕ ਨਹੀਂ ਹਨ। ਹੇ ਵਾਹਿਗੁਰੂ, ਜਿਹੜੇ ਤੇਰੇ ਸੇਵਕ ਹਨ, ਜਿਨ੍ਹਾਂ ਨੂੰ ਤੇਰਾ ਨਾਮ ਪਿਆਰਾ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਹਉ ਕੁਰਬਾਨੀ ਤੇਰਿਆਂ ਸੇਵਕਾਂ, ਮਹਾਰਾਜ ਤੁਹਾਡੇ ਸੇਵਕਾਂ ਤੋਂ ਮੈਂ ਕੁਰਬਾਨ ਜਾਂਦਾ ਹਾਂ। ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ। ਜਦੋਂ ਉਸ ਅਗੰਮ ਤੇ ਅਪਾਰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਨੂੰ ਪ੍ਰਾਪਤ ਕਰ ਲਿਆ ਤਾਂ ਮੇਰੀਆਂ ਸਾਰੀਆਂ ਇੱਛਾਵਾਂ ਪੂਰਨ ਹੋ ਗਈਆਂ। ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ। ਸਾਰੀਆਂ ਇੱਛਾ ਪੂਰੀਆਂ ਹੋ ਗਈਆਂ ਜਦੋਂ ਉਸ ਅਗੰਮ ਅਪਾਰ ਵਾਹਿਗੁਰੂ ਨੂੰ ਪ੍ਰਾਪਤ ਕੀਤਾ। ਕੋਈ ਇੱਛਾ ਰਹੀ ਨਹੀਂ, ਕੋਈ ਕਾਮਨਾ ਰਹੀ ਨਹੀਂ। ਬਾਬਾ ਬੁੱਢਾ ਸਾਹਿਬ ਜੀ ਨੂੰ ਸਤਿਗੁਰੂ ਕਹਿੰਦੇ ਮੰਗੋ ਕੁਝ, ਆਖਿਆ ਮਹਾਰਾਜ ਕੀ ਮੰਗਾ, ਕੁਝ ਇੱਛਾ ਹੈ ਹੀ ਨਹੀਂ। ਤੁਹਾਡਾ ਸਵਰੂਪ ਪ੍ਰਾਪਤ ਹੋ ਗਿਆ ਹੈ, ਜਿਸ ਨੂੰ ਪ੍ਰਾਪਤ ਕਰਕੇ ਸਾਰੀਆਂ ਇੱਛਾਵਾਂ ਪੂਰਨ ਹੋ ਗਈਆਂ। ਹੁਣ ਕੋਈ ਅਧੂਰੀ ਇੱਛਾ ਨਹੀਂ ਜਿਹਨੂੰ ਪੂਰੀਆਂ ਕਰਨ ਲਈ ਮੁੜ ਜੰਮਣਾ ਪਵੇ। ਅਗੰਮ ਅਪਾਰ ਸਵਰੂਪ ਵਾਹਿਗੁਰੂ ਦੀ ਸਰੂਪ ਦੀ ਪ੍ਰਾਪਤੀ ਕਰਕੇ ਗੁਰਮੁਖਾਂ ਦੀਆਂ ਸਾਰੀਆਂ ਇੱਛਾਵਾਂ ਪੂਰਨ ਹੋ ਗਈਆਂ। ਗੁਰੂ ਨਾਨਕ ਮਿਲਿਆ ਪਾਰ ਬ੍ਰਹਮ, ਤੇਰਿਆਂ ਚਰਨਾਂ ਕੋ ਬਲਿਹਾਰਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪਾਰ ਬ੍ਰਹਮ ਵਾਹਿਗੁਰੂ ਜੀ ਮੈਨੂੰ ਮਿਲ ਗਏ ਤੇ ਹੇ ਪ੍ਰਭੂ ਮੈਂ ਤੁਹਾਡੇ ਚਰਨਾਂ ਤੋਂ ਬਲਿਹਾਰ ਜਾਂਦਾ। ਗੁਰੂ ਦੀ ਕਿਰਪਾ ਨਾਲ ਮੈਨੂੰ ਪਾਰ ਬ੍ਰਹਮ ਜੀ ਮਿਲੇ ਤੇ ਉਸ ਪਾਰ ਬ੍ਰਹਮ ਜੀ ਦੇ ਚਰਨਾਂ ਨੂੰ ਵੇਖ ਕੇ ਮੈਂ ਬਲਿਹਾਰ ਜਾਂਦਾ ਹਾਂ, ਤੁਹਾਡੇ ਚਰਨਾਂ ਤੋਂ ਵਾਰੇ-ਵਾਰੇ ਜਾਂਦਾ ਹਾਂ। ਰਾਗ ਸੂਹੇ ਮਹੱਲਾ ਪੰਜਵਾਂ, ਘਰ ਸਤਵਾਂ। ਰਾਗ ਸੂਹੀ ਹੈ ਮਹੱਲਾ ਪੰਜਵਾਂ। ਗੁਰੂ ਅਰਜਨ ਦੇਵ ਸਾਹਿਬ ਦੇ ਬਚਨ ਨੇ ਸਤਵੇਂ ਘਰ ਚ ਗਾਇਨ ਕਰਨੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਇੱਕ ਹੈ ਓੰਕਾਰ, ਸਾਰਿਆਂ ਵਿੱਚ ਵਿਆਪਕ, ਸਰਬ ਦਾ ਪ੍ਰਕਾਸ਼ਕ ਔਰ ਸਤ ਹੈ, ਚੇਤਨ ਹੈ, ਪ੍ਰਸਾਦ ਆਨੰਦ ਸਵਰੂਪ ਹੈ। ਤੇਰਾ ਭਾਣਾ ਤੂੰ ਹੈ ਮਨਾਏ ਹੈ, ਜਿਸ ਨੂੰ ਹੈ ਦਿਆਲਾ। ਏ ਵਾਹਿਗੁਰੂ ਜੀ, ਤੁਹਾਡਾ ਭਾਣਾ ਤੁਸੀਂ ਮਨਾਉਂਦੇ ਹੋ ਜਿਨ੍ਹਾਂ ਤੇ ਤਰਸ ਕਰਦੇ ਹੋ, ਜਿਨ੍ਹਾਂ ਤੇ ਦਇਆ ਕਰਦੇ ਹੋ, ਤੁਹਾਡਾ ਭਾਣਾ ਤੁਸੀਂ ਉਹਨਾਂ ਨੂੰ ਮਨਾਉਂਦੇ ਹੋ, ਮਿੱਠਾ ਕਰਕੇ ਮਨਾਉਂਦੇ ਹੋ। ਮੰਨਣਾ ਤਾਂ ਸਾਰਿਆਂ ਨੂੰ ਪੈਂਦਾ ਪਰਮੇਸ਼ਰ ਦਾ ਭਾਣਾ, ਪਰ ਮਿੱਠਾ ਕਰਕੇ ਉਹਨਾਂ ਨੂੰ ਮਨਾਉਂਦੇ ਹੋ ਜਿਨ੍ਹਾਂ ਤੇ ਤੁਸੀਂ ਆਪਣੀ ਦਇਆ ਕਰਦੇ, ਆਪਣਾ ਤਰਸ ਕਰਦੇ, ਉਹਨਾਂ ਨੂੰ ਤੁਹਾਡਾ ਭਾਣਾ ਮਿੱਠਾ ਲੱਗਦਾ ਹੈ। ਉਹ ਕਹਿੰਦੇ ਆ ਮਹਾਰਾਜ ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਜਿਨ੍ਹਾਂ ਤੇ ਤੁਹਾਡਾ ਤਰਸ ਹੈ, ਦਇਆ ਹੈ ਮਹਾਰਾਜ, ਉਹਨਾਂ ਨੂੰ ਤੁਸੀਂ ਆਪਣਾ ਭਾਣਾ ਮਨਾ ਲੈਂਦੇ। ਇਹ ਬੜੀ ਵੱਡੀ ਖੇਡ ਹੈ ਭਾਣੇ 'ਚ ਰਹਿਣ ਦੀ। ਗੱਲਾਂ ਕਰਨੀਆਂ ਸੁਖਾਲੀਆਂ ਹੁੰਦੀਆਂ ਜੀ, ਭਾਣਾ ਮੰਨਣਾ ਚਾਹੀਦਾ ਹੈ।
ਪਰ ਭਾਣੇ 'ਚ ਰਹਿ ਕੇ, ਉਸ ਭਾਣੇ ਦੀ ਰਜਾ ਵਿੱਚ ਰਹਿ ਕੇ ਪਰਮੇਸ਼ਰ ਦੇ ਸ਼ੁਕਰਗੁਜ਼ਾਰ ਹੋਣਾ, ਇਹ ਬੜੀ ਔਖੀ ਘਾਟੀ ਹੈ। ਗੁਰੂ ਘਰ ਦੇ ਮਹਾਨ ਸਿੱਖ ਹੋਏ ਭਾਈ ਸਾਹਿਬ ਭਾਈ ਭਿਖਾਰੀ ਜੀ। ਵੇਖੋ ਭਾਣਾ ਮੰਨਣ ਦੀ ਕੈਸੀ ਉੱਚੀ ਖੇਡ। ਗੁਰੂ ਅਰਜਨ ਸਾਹਿਬ ਨੂੰ ਇੱਕ ਸਿੱਖ ਕਹਿੰਦਾ, ਮਹਾਰਾਜ ਕਿਸੇ ਗੁਰਮੁਖ ਦੇ ਦਰਸ਼ਨ ਕਰਾਓ। ਮਹਾਰਾਜ ਜੀ ਕਹਿੰਦੇ, ਭਾਈ ਭਿਖਾਰੀ ਜੀ ਦੇ ਕੋਲ ਚਲੇ ਜਾਓ। ਭਾਈ ਸਾਹਿਬ ਭਾਈ ਭਿਖਾਰੀ ਜੀ ਦੇ ਪਾਸ ਜਦੋਂ ਗਏ ਤੇ ਘਰ ਦੇ ਵਿੱਚ ਵਿਆਹ ਦਾ ਮਾਹੌਲ, ਸ਼ਾਦੀ ਦਾ ਮਾਹੌਲ, ਬੜੀਆਂ ਖੁਸ਼ੀਆਂ ਚਹਿਲਾਂ। ਭਾਈ ਭਿਖਾਰੀ ਜੀ ਇੱਕ ਪਾਸੇ ਬੈਠੇ ਤੇ ਫੂੜੀ ਬਣਾ ਰਹੇ ਨੇ, ਤੱਪੜ ਜਿਹਾ ਹੁੰਦਾ ਜਿਵੇਂ ਉਹ, ਤੇ ਲੱਕੜਾਂ ਇਕੱਠੀਆਂ ਕਰ ਰਹੇ ਨੇ। ਭਾਈ ਗੁਰਮੁਖ ਜੀ ਗਏ ਤੇ ਬੜੇ ਹੈਰਾਨ ਹੋਏ ਵੇਖ ਕੇ। ਅਗਲੇ ਦਿਨ ਪੁੱਤਰ ਦੀ ਬਰਾਤ ਚੜੀ, ਨੇੜੇ ਨਗਰ 'ਚ ਜਾਣੀ ਸੀ। ਸ਼ਾਮ ਨੂੰ ਪਰਤੀ, ਰਸਤੇ ਵਿੱਚ ਲੜਕੇ ਦੀ ਮੌਤ ਹੋ ਗਈ। ਭਾਈ ਭਿਖਾਰੀ ਨੇ ਉਹੀ ਤੱਪੜ ਜਿਹੜਾ ਇੱਕ ਦਿਨ ਪਹਿਲਾਂ ਬਣਾਇਆ, ਵਿਛਾਇਆ ਬੈਠਣ ਨੂੰ, ਲੱਕੜਾਂ ਇਕੱਠੀਆਂ ਕੀਤੀਆਂ ਦਾਹ ਸੰਸਕਾਰ ਲਈ। ਉਹ ਗੁਰਮੁਖ ਕਹਿਣ ਲੱਗਾ ਭਾਈ ਭਿਖਾਰੀ ਨੂੰ ਕਿ ਜੇ ਤੈਨੂੰ ਪਤਾ ਸੀ ਤੇ ਬਗਾਨੀ ਧੀ ਕਾਹਨੂੰ ਵਿਆਹ ਕੇ ਲਿਆਉਣੀ ਸੀ, ਉਹਦੀ ਜ਼ਿੰਦਗੀ ਗਰਕ ਹੋਈ ਹੈ। ਜੇ ਪਤਾ ਸੀ ਤੇ ਪੁੱਤ ਨੂੰ ਬਚਾ ਲੈਂਦਾ। ਭਾਈ ਭਿਖਾਰੀ ਨੇ ਆਖਿਆ, ਇਹ ਭਾਣਾ ਸੀ ਉਸ ਰੱਬ ਦਾ, ਨਿਰੰਕਾਰ ਦਾ। ਇਹ ਲੜਕੀ ਦਾ ਲੇਖਾ ਸੀ, ਇਹਦੇ ਨਾਲ ਸਬੰਧ ਸੀ ਪੂਰਬਲੇ ਜਨਮਾਂ ਦੇ ਕਰਮਾਂ ਦਾ। ਉਹ ਲੇਖਾ ਵੀ ਇਹਨੇ ਪੂਰਾ ਕਰਨਾ ਸੀ। ਇਹ ਹੁੰਦਾ ਭਾਣੇ ਮੰਨਣ ਦੀ ਅਤ ਉੱਚ ਅਵਸਥਾ ਵਿੱਚ ਟਿਕ ਜਾਣਾ। ਪਰ ਇਹ ਭਾਣਾ ਵੀ ਉਹੀ ਮੰਨ ਸਕਦਾ ਜਿਹਨੂੰ ਸਾਹਿਬ ਜੀ ਤੁਸੀਂ ਮਨਾਉਂਦੇ ਹੋ ਦਿਆਲ ਹੋ ਕੇ। ਤੇਰਾ ਭਾਣਾ ਤੂੰ ਹੈ ਮਨਾਹੇ, ਜਿਸਨੂੰ ਹੋਏ ਦਿਆਲਾ। ਜਿਸਨੂੰ ਦਿਆਲ ਹੁੰਦੇ ਹੋ ਮਹਾਰਾਜ, ਤੁਹਾਡਾ ਭਾਣਾ ਤੁਸੀਂ ਉਸੇ ਨੂੰ ਮਨਾਉਂਦੇ ਹੋ। ਸਾਈ ਭਗਤ ਜੋ ਤੁਧ ਭਾਵੈ, ਤੂੰ ਸਰਬ ਜੀਆਂ ਪ੍ਰਤਪਾਲਾ। ਮਹਾਰਾਜ ਸੇਈ ਭਗਤੀ ਪ੍ਰਵਾਨ ਹੈ ਜਿਹੜੀ ਤੁਹਾਨੂੰ ਭਾਉਂਦੀ ਹੈ। ਜਿਹੜੀ ਭਗਤੀ ਤੁਹਾਨੂੰ ਭਾਵੇ ਉਹ ਭਗਤੀ ਪ੍ਰਵਾਨ। ਤੂੰ ਸਰਬ ਜੀਆ ਪ੍ਰਤਪਾਲਾ। ਮਹਾਰਾਜ ਤੁਸੀਂ ਸੰਸਾਰ ਦੇ ਸਮਸਤ ਜੀਆਂ ਦੀ ਪਾਲਣਾ ਕਰਨ ਵਾਲੇ ਪਾਲਣਹਾਰ ਹੋ। ਜਦੋਂ ਪ੍ਰਤਪਾਲਾ ਕਹਿੰਦੇ ਨਾ, ਪ੍ਰਤ ਦਾ ਮਤਲਬ ਹੁੰਦਾ ਹਰ ਇੱਕ ਦੀ ਪਾਲਣਾ ਕਰਨ ਵਾਲੇ ਹੋ। ਸੰਸਾਰ ਦੇ ਸਰਬ ਜੀਆਂ ਦੀ, ਪ੍ਰਤੀ ਏਕ ਜੀ ਦੀ ਪਾਲਣਾ ਕਰਨ ਵਾਲੇ ਹੋ। ਮੇਰੇ ਰਾਮ ਰਾਏ ਸੰਤਾ ਟੇਕ ਤੁਮਾਰੀ। ਇਹ ਮੇਰੇ ਰਾਜਾ ਰਾਮ ਜੀ। ਜਦੋਂ ਰਾਮ ਰਾਏ ਨਾਮ ਹੁੰਦਾ ਰਾਜੇ ਦਾ, ਪਰਮੇਸ਼ਰ ਰਮਿਆ ਹੋਇਆ ਰਾਜਾ ਹੈ ਸਾਰੇ ਜਗਤ ਦਾ। ਹੇ ਮੇਰੇ ਰਾਜਾ ਰਾਮ ਵਾਹਿਗੁਰੂ ਜੀ, ਸੰਤਾਂ ਟੇਕ ਤੁਮਾਰੀ। ਸੰਤਾਂ ਨੂੰ ਮਹਾਰਾਜ ਤੁਹਾਡੀ ਟੇਕ ਹੈ, ਤੁਹਾਡੇ ਪਿਆਰਿਆਂ ਨੂੰ ਤੁਹਾਡੀ ਟੇਕ ਹੈ। ਉਹ ਕੇਵਲ ਤੁਹਾਡੀ ਟੇਕ ਤੇ ਆਸਰੇ ਤੇ ਰਹਿੰਦੇ ਹਨ। ਜੋ ਤੁਧ ਪਾਵੈ ਸੋ ਪਰਮਾਨ, ਮਨ ਤਨ ਤੂੰ ਹੈ ਆਧਾਰੀ। ਮਹਾਰਾਜ ਜੀ ਜਿਹੜੇ ਤੁਹਾਨੂੰ ਭਾਉਂਦੇ ਨੇ ਉਹੀ ਤੁਹਾਡੇ ਦਰ ਤੇ ਪ੍ਰਵਾਨ ਨੇ। ਜੋ ਤੁਧ ਭਾਵੈ ਸੋ ਪਰਵਾਨ। ਜਿਹੜੇ ਤੁਹਾਨੂੰ ਭਾਉਂਦੇ ਆ ਉਹੀ ਤੁਹਾਡੇ ਦਰ ਤੇ ਪ੍ਰਵਾਨ। ਦੁਨੀਆ ਦੀ ਨਿਗਾਹ ਵਿੱਚ ਕਈ ਵਾਰ ਕੁਝ ਵਿਅਕਤੀ ਐਸੇ ਹੁੰਦੇ ਨੇ
ਜਿਨ੍ਹਾਂ ਨੂੰ ਵੇਖ ਕੇ ਲੋਕ ਕਹਿੰਦੇ ਇਹ ਨਹੀਂ ਪ੍ਰਵਾਨਿਆ ਗਿਆ ਰੱਬ ਦੀ ਦਰਗਾਹ 'ਚ, ਇਹ ਨਹੀਂ ਗੁਰੂ ਦੇ ਦਰ ਤੇ ਪ੍ਰਵਾਨ। ਤੇ ਜਿਨ੍ਹਾਂ ਨੂੰ ਦੁਨੀਆ ਵੇਖ ਕੇ ਆਖਦੀ ਹੈ ਵੀ ਇਹ ਪ੍ਰਵਾਨ ਹੈ ਗੁਰੂ ਦਰ ਦੇ ਉੱਤੇ, ਕਈ ਵਾਰ ਉਹਦੇ ਤੋਂ ਉਲਟ ਵੀ ਹੁੰਦਾ। ਦੁਨੀਆ ਜਿਸ ਨੂੰ ਕਹੇ ਕਿ ਪ੍ਰਵਾਨ ਨਹੀਂ, ਕਈ ਵਾਰ ਉਹ ਪ੍ਰਵਾਨ ਹੁੰਦਾ ਹੈ। ਦੁਨੀਆ ਜਿਸ ਨੂੰ ਕਹੇ ਕਿ ਪ੍ਰਵਾਨ ਹੈ, ਕਈ ਵਾਰ ਉਹ ਨਾ ਪ੍ਰਵਾਨ ਵੀ ਹੁੰਦਾ। ਇਹ ਤਾਂ ਮੇਰੇ ਮਾਲਕ ਨੂੰ ਪਤਾ ਹੈ ਕਿ ਉਹਨੂੰ ਕੌਣ ਭਾਜਿਆ। ਕਿਸੇ ਨੇ ਥਥਲੇ ਜੇ ਬੋਲਾਂ ਦੇ ਵਿੱਚ ਵਾਹਿਗੁਰੂ ਕਿਹਾ, ਉਹ ਪ੍ਰਵਾਨ ਹੋ ਗਿਆ। ਕਿਸੇ ਨੇ ਬੜੇ ਸੋਹਣੇ ਢੰਗ ਨਾਲ ਕਿਹਾ, ਉਹ ਪ੍ਰਵਾਨ ਨਹੀਂ ਹੋਇਆ। ਇਹ ਤਾਂ ਕਿਆ ਜਾਣੀਏ। ਇਹ ਤਾਂ ਉਹਨੂੰ ਪਤਾ ਹੈ ਕਿ ਉਹਨੂੰ ਕਿਹੜਾ ਭਾਉਂਦਾ ਤੇ ਕਿਹੜਾ ਉਹਦੇ ਦਰ ਤੇ ਪ੍ਰਵਾਨ ਹੈ। ਇਸ ਕਰਕੇ ਪਾਤਸ਼ਾਹ ਇੱਥੇ ਕਹਿੰਦੇ ਜੋ ਤੁਧ ਭਾਵੈ ਸੋ ਪ੍ਰਵਾਨ, ਮਨ ਤਨ ਤੂੰ ਹੈ ਆਧਾਰੀ। ਮਹਾਰਾਜ ਜੀ ਜਿਹੜੇ ਤੁਹਾਨੂੰ ਭਾਉਂਦੇ ਨੇ ਉਹੀ ਤੁਹਾਡੇ ਦਰ ਤੇ ਪ੍ਰਵਾਨ ਹਨ। ਉਹਨਾਂ ਦੇ ਮਨ ਤੇ ਤਨ ਦਾ ਆਧਾਰ ਆਸਰਾ ਹੈ ਵਾਹਿਗੁਰੂ ਜੀ ਵਿਧਾਤਾ ਜੀ ਤੁਸੀਂ ਹੋ। ਤੁਸੀਂ ਉਹਨਾਂ ਦੇ ਮਨ ਦੇ ਵੀ ਆਧਾਰ ਹੋ, ਉਹਨਾਂ ਦੇ ਤਨ ਦਾ ਵੀ ਆਸਰਾ ਹੋ। ਰਹਾਉ ਤੂੰ ਦਇਆਲ ਕਿਰਪਾਲ, ਕਿਰਪਾ ਨਿਧ ਮਨਸਾ ਪੂਰਨ ਹਾਰਾ। ਹੇ ਵਾਹਿਗੁਰੂ ਜੀ ਤੁਸੀਂ ਦਇਆਲ ਹੋ, ਕਿਰਪਾਲੂ ਹੋ, ਕਿਰਪਾ ਦੇ ਖਜ਼ਾਨੇ ਹੋ, ਔਰ ਆਪਣੇ ਸੇਵਕਾਂ ਦੀਆਂ ਮਨਸਾਵਾਂ ਪੂਰਨ ਕਰਨ ਵਾਲੇ ਹੋ। ਮਨਸਾ ਪੂਰਨ ਹਾਰਾ, ਜੋ ਮਨਸਾ ਕਰਦੇ ਨੇ ਤੁਹਾਡੇ ਸੇਵਕ, ਉਹਨਾਂ ਦੀਆਂ ਆਸ ਤੇ ਮਨਸਾਵਾਂ ਪੂਰਨ ਕਰਨ ਵਾਲੇ ਪੂਰਨਹਾਰ ਹੋ। ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ, ਤੂੰ ਭਗਤਨ ਕਾ ਪਿਆਰਾ। ਵਾਹਿਗੁਰੂ ਜੀ ਹੈ ਪ੍ਰਾਣਾ ਦੇ ਪਤੀ ਪ੍ਰੀਤਮ ਰੱਬ ਜੀ, ਤੁਹਾਡੇ ਭਗਤ ਤੁਹਾਡੇ ਹਨ, ਭਗਤ ਤੇਰੇ ਨੇ। ਇਹ ਪ੍ਰਾਣਪਤ ਪ੍ਰੀਤਮ ਜੀ, ਉਹਨਾਂ ਨੂੰ ਤੁਸੀਂ ਆਪਣੇ ਪ੍ਰਾਣਾ ਤੋਂ ਵੀ ਪਿਆਰੇ ਹੋ, ਭਗਤ ਤੇਰੇ ਹਨ। ਤੇ ਹੇ ਵਾਹਿਗੁਰੂ ਤੂੰ ਭਗਤਾਂ ਦਾ ਹੈ, ਤੂੰ ਭਗਤਨ ਕਾ ਪਿਆਰਾ। ਭਗਤ ਤੇਰੇ ਨੇ, ਭਗਤਾਂ ਨੂੰ ਤੂੰ ਆਪਣੇ ਪ੍ਰਾਣਾ ਤੋਂ ਵੀ ਜ਼ਿਆਦਾ ਪਿਆਰਾ ਹੈ। ਤੇ ਹੇ ਵਾਹਿਗੁਰੂ ਤੈਨੂੰ ਭਗਤ ਪਿਆਰੇ ਹਨ। ਭਗਤਾਂ ਨੂੰ ਤੂੰ ਪਿਆਰਾ ਹੈ ਔਰ ਤੈਨੂੰ ਆਪਣੇ ਭਗਤ ਪਿਆਰੇ ਹਨ। ਤੂੰ ਭਗਤਨ ਕਾ ਪਿਆਰਾ, ਤੂੰ ਭਗਤਾਂ ਦਾ ਪਿਆਰਾ। ਇੰਨਾ ਪਿਆਰਾ ਵੀ ਕਿਸੇ ਵੇਦ ਪੜਨ ਨਾਲ ਤੂੰ ਵਸ ਨਹੀਂ ਆਉਂਦਾ। ਬਹੁਤ ਸਿਆਣਪਾਂ ਨਾਲ ਤੂੰ ਵਸ ਨਹੀਂ ਆਉਂਦਾ, ਬਹੁਤਾ ਦਾਨ ਦੇ ਕੇ ਵੀ ਤੂੰ ਵਸ ਨਹੀਂ ਆਉਂਦਾ, ਬਹੁਤ ਪੜ੍ਹਾਈ ਪੜ੍ਹ ਕੇ ਵਿਦਿਆ ਹਾਸਲ ਕਰਕੇ ਵੀ ਤੂੰ ਵਸ ਨਹੀਂ ਆਉਂਦਾ ਵਾਹਿਗੁਰੂ। ਪਰ ਜਿਹੜੇ ਤੇਰੇ ਭਗਤ ਨੇ ਉਹਨਾਂ ਭਗਤਾਂ ਦੇ ਤੂੰ ਵਸ ਹੈ। ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਤੂੰ ਭਗਤਾਂ ਦੇ ਵਸ ਹੈ। ਸਭ ਕੋ ਤੇਰਾ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਸਭ ਕੁਝ ਤੇਰੇ ਵਸ ਹੈ ਔਰ ਤੂੰ ਭਗਤਾਂ ਦੇ ਵਸ ਹੈ। ਕੈਸੀ ਅਚਰਜ ਖੇਡ ਹੈ ਨਾ। ਇਹ ਸਾਰੀ ਕਾਇਨਾਤ, ਇਹ ਸਾਰਾ ਸੰਸਾਰ, ਇਹ ਸਾਰਾ ਬ੍ਰਹਿਮੰਡ ਤੇਰੇ ਵਸ ਹੈ। ਤੇ ਵਾਹਿਗੁਰੂ ਤੂੰ ਵੀ ਕਿਸੇ ਦੇ ਵਸ ਹੈ। ਤੇ ਮਹਾਰਾਜ ਜੀ ਕਹਿੰਦੇ ਹਾਂ, ਉਹ ਆਪਣੇ ਭਗਤਾਂ ਦੇ ਵਸ ਹੈ। ਮਹਾਰਾਜ ਭਗਤ ਤੇਰੇ ਸਭ ਪ੍ਰਾਣ ਪਤ ਪ੍ਰੀਤਮ। ਹੇ ਪ੍ਰਾਣਾ ਦੇ ਪਤੀ ਪ੍ਰੀਤਮ ਜੀ, ਭਗਤ ਸਭ ਤੇਰੇ ਹਨ। ਤੂੰ ਭਗਤਨ ਕਾ ਪਿਆਰਾ, ਤੂੰ ਆਪਣੇ ਭਗਤਾਂ ਦਾ ਪਿਆਰਾ ਹੈ। ਤੂੰ ਅਥਾ ਅਪਾਰ ਅਤ ਉੱਚਾ, ਕੋਈ ਅਵਰ ਨਾ ਤੇਰੀ ਭਾਤੇ। ਵਾਹਿਗੁਰੂ ਜੀ ਤੁਸੀਂ ਅਥਾਹ ਹੋ, ਅਪਾਰ ਪਾਰਾਵਾਰ ਤੋਂ ਰਹਿਤ ਹੋ, ਅਤੀ ਉੱਚੇ ਹੋ।
ਕੋਈ ਹੋਰ ਤੁਹਾਡੇ ਵਰਗਾ ਨਹੀਂ ਹੈ। ਕੋਈ ਅਵਰ ਨਾ ਤੇਰੀ ਭਾਤੇ, ਭਾਤੇ ਦਾ ਮਤਲਬ ਤੁਹਾਡੇ ਵਰਗਾ, ਤੁਹਾਡੇ ਜਿਹਾ ਕੋਈ ਹੋਰ ਨਹੀਂ ਹੈ। ਕਿਹਨੂੰ ਕਹੀਏ ਤੂੰ ਕਿਹੋ ਜਿਹਾ ਹੈ? ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਕਹਿੰਦੇ ਕਹਿ ਕਹੇ ਕਹਿ ਜਾਵਹਿ ਤੁਮ ਸਾਰੇ ਅਵਰ ਨਾ ਕੋਈ। ਬੜੇ ਨੇ ਜਿਹੜੇ ਪਹਿਲਾਂ ਕਹਿ ਕੇ ਚਲੇ ਗਏ ਨੇ, ਬੜੇ ਨੇ ਜਿਹੜੇ ਹੁਣ ਕਹਿ ਰਹੇ ਨੇ, ਬੜੇ ਨੇ ਜਿਹੜੇ ਆਉਣ ਵਾਲੇ ਸਮੇਂ 'ਚ ਵੀ ਕਹਿਣਗੇ। ਮਹਾਰਾਜ ਕੀ ਕਹਿ ਕੇ ਗਏ ਨੇ, ਕੀ ਕਹਿ ਰਹੇ ਨੇ ਤੇ ਕੀ ਕਹਿਣਗੇ ਲੋਕ? ਮਹਾਰਾਜ ਜੀ ਕਹਿੰਦੇ ਆਖਣਗੇ ਕਿ ਤੁਮ ਸਾਰੇ ਅਵਰ ਨਾ ਕੋਈ, ਵਾਹਿਗੁਰੂ ਤੇਰੇ ਵਰਗਾ ਕੋਈ ਨਹੀਂ ਹੈ। ਇਹ ਕਹਿ ਕੇ ਬੜੇ ਚਲੇ ਗਏ ਨੇ, ਬੜੇ ਕਹਿ ਰਹੇ ਨੇ ਤੇ ਬੜੇ ਕਹਿਣਗੇ ਵੀ ਹੇ ਵਾਹਿਗੁਰੂ ਤੇਰੇ ਵਰਗਾ ਕੋਈ ਨਹੀਂ। ਇੱਥੇ ਪੰਜਵੇਂ ਪਾਤਸ਼ਾਹ ਕਹਿ ਰਹੇ ਨੇ ਕੋਈ ਅਵਰ ਨਾ ਤੇਰੀ ਭਾਤੇ, ਹੇ ਵਾਹਿਗੁਰੂ ਤੂੰ ਅਥਾਹ ਹੈ, ਅਪਾਰ ਹੈ, ਅਤੀ ਉੱਚਾ ਹੈ, ਤੇਰੇ ਵਰਗਾ ਕੋਈ ਹੋਰ ਨਹੀਂ। ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ। ਹੇ ਸੁਆਮੀ ਜੀ ਸਾਡੀ ਇਹ ਅਰਦਾਸ ਹੈ ਆਪ ਜੀ ਦੇ ਚਰਨਾਂ 'ਚ ਕਿ ਤੁਹਾਡਾ ਅੰਮ੍ਰਿਤ ਨਾਮ ਜਿਹੜਾ ਸੁੱਖਾਂ ਦਾ ਦਾਤਾ ਹੈ ਉਹ ਨਾਮ ਸਾਨੂੰ ਕਦੇ ਨਾ ਵਿਸਰੇ। ਹੇ ਸੁਆਮੀ ਜੀ ਤੁਹਾਡੇ ਚਰਨਾਂ ਵਿੱਚ ਸਾਡੀ ਇਹ ਅਰਦਾਸ ਹੈ, ਵਿਸਰਨਾ ਹੀ ਸੁਖ ਦਾਤੇ, ਜਿਹੜਾ ਸੁੱਖਾਂ ਦਾ ਦਾਨ ਦੇਣ ਵਾਲਾ ਸੁਖ ਦਾਤਾ ਤੁਹਾਡਾ ਨਾਮ ਹੈ, ਉਹ ਨਾਮ ਸਾਡੇ ਹਿਰਦੇ ਚੋਂ ਕਦੇ ਨਾ ਵਿਸਰੇ। ਹਾਂਜੀ। ਦਿਨ ਰਹਿਣ ਸਾਸ ਸਾਸ ਗੁਣ ਗਾਵਾ, ਜੇ ਸੁਆਮੀ ਤੁਧ ਭਾਵਾ। ਹੇ ਸੁਆਮੀ ਜੇ ਮੈਂ ਤੈਨੂੰ ਭਾ ਜਾਵਾਂ, ਹੇ ਸੁਆਮੀ ਜੇ ਮੈਂ ਤੈਨੂੰ ਭਾ ਜਾਵਾਂ ਤਾਂ ਫਿਰ ਦਿਨ ਰਾਤ ਸਵਾਸ ਸਵਾਸ ਮੈਂ ਤੁਹਾਡੇ ਗੁਣਾਂ ਨੂੰ ਗਾਵਾਂ। ਦਿਨ ਰਹਿਣ ਸਾਸ ਸਾਸ ਗੁਣ ਗਾਵਾ, ਜੇ ਸੁਆਮੀ ਤੁਧ ਭਾਵਾ। ਹੇ ਸੁਆਮੀ ਜੇ ਤੈਨੂੰ ਭਾਵੇ ਤਾਂ ਮੈਂ ਦਿਨ ਰਾਤ ਅੱਠੇ ਪੈਰ ਨਿਰੰਤਰ ਤੁਹਾਡੇ ਸ਼ੁਭ ਗੁਣਾਂ ਨੂੰ ਗਾਇਨ ਕਰਾਂ। ਪਰ ਇਹ ਤਾਂ ਸੰਭਵ ਹੈ ਜੇ ਤੁਹਾਨੂੰ ਭਾਵਾਂ। ਤੁਹਾਨੂੰ ਪਾਇਆ ਹੈ ਤਾਂ ਤੁਹਾਡੀ ਸ਼ਰਨ ਆਏ ਹਾਂ। ਹੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੁਹਾਨੂੰ ਪਾਇਆ ਹੈ ਤਾਂ ਤੁਹਾਡੀ ਹਜ਼ੂਰੀ ਵਿੱਚ ਪਹੁੰਚੇ ਹਾਂ ਔਰ ਕਥਾ ਸੁਣ ਰਹੇ ਹਾਂ, ਕਰ ਰਹੇ ਹਾਂ। ਨਾ ਪਾਉਂਦਾ ਤੇ ਸਾਡੀ ਕੀ ਤਾਕਤ ਸੀ, ਸਾਡਾ ਕੀ ਤਾਣ ਸੀ। ਮਹਾਰਾਜ ਤੁਹਾਨੂੰ ਭਾਵੇ ਤੇ ਮੈਂ ਦਿਨ ਰਾਤ ਤੁਹਾਡੇ ਸਵਾਸ ਸਵਾਸ ਗੁਣਾਂ ਨੂੰ ਗਾਇਨ ਕਰਾਂ। ਨਾਮ ਤੇਰਾ ਸੁਖ ਨਾਨਕ ਮੰਗੈ, ਸਾਹਿਬ ਤੁਠੈ ਪਾਵਾਂ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਤੇਰਾ ਨਾਮ, ਨਾਮ ਜਪਣ ਦਾ ਸੁਖ ਮੈਂ ਤੁਹਾਡੇ ਚਰਨਾਂ ਚੋਂ ਮੰਗਦਾ ਹਾਂ। ਨਾਮ ਤੇਰਾ ਸੁਖ ਨਾਨਕ ਮੰਗੈ, ਸਾਹਿਬ ਤੁਠੈ ਪਾਵਾ। ਮੇਰਾ ਸਾਹਿਬ ਤੁਠੇ ਤਾਂ ਇਹ ਸ਼ੁਭ ਗੁਣ ਪ੍ਰਾਪਤ ਹੁੰਦੇ ਨੇ, ਤਾਂ ਇਹ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਮੰਗਦਾ ਮੈਂ ਇਹੀ ਹਾਂ ਕਿ ਮਹਾਰਾਜ ਤੁਹਾਡੇ ਨਾਮ ਜਪਣ ਦਾ ਸੁਖ ਮੈਨੂੰ ਪ੍ਰਾਪਤ ਹੋਵੇ। ਪਰ ਹੇ ਸਾਹਿਬ ਤੁਸੀਂ ਤੁਠੋਗੇ, ਕਿਰਪਾ ਦੇ ਘਰ ਵਿੱਚ ਆਵੋਗੇ ਤਾਂ ਇਸ ਅੰਮ੍ਰਿਤ ਨਾਮ ਦੀ ਦਾਤ ਉਹ ਮੈਨੂੰ ਪ੍ਰਾਪਤ ਹੋਵੇਗੀ। ਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਤੇ ਟੁੱਟ ਕੇ ਸਾਨੂੰ ਆਪਣੇ ਅੰਮ੍ਰਿਤ ਨਾਮ ਦੀ ਦਾਤ ਬਖਸ਼ਿਸ਼ ਕਰਨ। ਆਪਣੇ ਚਰਨਾਂ ਕਮਲਾਂ ਦੀ ਪ੍ਰੀਤੀ ਭੈ ਭਾਵਨੀ ਅਦਬ ਤੇ ਸਤਿਕਾਰ ਪ੍ਰਦਾਨ ਕਰਨ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਅਰਦਾਸ ਕਰਨੀ ਕਿ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਸਾਡਾ ਗਾਵਿਆ ਸੁਣਿਆ ਸਤਿਗੁਰੂ ਜੀ ਥਾਂ ਪਾ ਲੈਣ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ।
ਰਸਨਾ ਗੁਣ ਗੋਪਾਲ ਨਿਦ ਗਾਇਣ, ਰਸਨਾ ਗੁਣ ਗੋਪਾਲ ਨਿਦ ਗਾਇਣ। ਰਸਨਾ ਗੁਣ ਗੋਪਾਲ ਨਿਦ ਗਾਇਣ, ਰਸਨਾ ਗੁਣ ਗੋਪਾਲ ਨਿਦ ਗਾਇਣ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।